अज्ञान अंधेर विनाश। हर कृपा ते संत भेटिया। नानक मन प्रगास। हर कृपा ते संत भेटिया। नानक मन प्रगास। परम सत्कारयोग चवर छत्र तख्त दे मालक, वालिए कुल आलम, शब्द गुरु धन श्री गुरु ग्रंथ साहिब जी की पावन हजूरी अंदर जुड़ बैठी गुरु रूप प्यारी साध संगत जीओ, वडभागे हाँ जो लड़ीवार श्री जपजी साहिब की कथा विचार चल रही है, उस विच हाज़रियाँ भर रहे हाँ। सो आओ बड़े ही प्यार ते सत्कार दे नाल गुरफतेह दे नाल सांझ बना के गुरमत विचार जप बाणी दे आरंभ तो बड़े ही अदब सत्कार दे नाल शुरुआत करिए। आओ गुरफतेह नाल सांझ बनाओ। गज के आखो वाहिगुरू जी का खालसा, वाहिगुरू जी की फतेह। कल असी ਗਿਆਨੀ परमजीत सिंह जी उन्हां पासों एक ओंकार तो लैके गुरप्रसाद तक मूल मंत्र की विचार सरवण की सी। अज जो जप बाणी का आरंभ हो रहा है, इत्थे आरंभ विच जप शब्द लिखिया है। जप भाव याद करना। याद किसनूं करना है? गुरु नानक पातशाह जी ने आरंभ विच ही कह दिता सी, एक नूं, एक ओंकार। ते उस परमात्मा नूं याद करना है। वो परमात्मा कैसा है, उहदियां इस बाणी दे विच विशेषताइयां दसियां ने। इसी तरह इस श्लोक की आरंभता है, आद सच जुगाद सच है भी सच, नानक होसी भी सच। इन्हां पंक्तियां दे अंदर गुरु नानक पातशाह जी बड़ी रहमत दे नाल बख्शिश करते हैं। संसार दे अंदर तीन काल वरते गए ने। तीन समय नूं तिन्हां हिस्सियां दे विच वंडिया गया। भूतकाल, भविष्यत काल ते वर्तमान काल। अंग्रेजी विच इसनूं पास्ट, प्रैजेंट ते फ्यूचर। गुरु नानक पातशाह जी ने इस श्लोक के अंदर समय नूं चार भागां विच वंडिया। आद, जुगाद, है भी होने वाला ते होसी आउण वाला। गुरु नानक पातशाह जी ने इस विच परमात्मा की वडियाई दर्ज की कि यह सज्जन इस संसार के उत्ते जदों किसी का नाम नहीं सी, अरबद नरबद धुंधुकारा, धरन ना गगन ना हुक्म अपारा, ना दिन रैन ना चंद ना सूरज, सुन समाध लगाइंदा। भाव आद सच
ਮੁੱਢ ਤੋਂ ਉਹ ਪ੍ਰਮਾਤਮਾ ਜਿਹੜਾ ਇੱਕ ਹੈ, ਸਰਬ ਵਿਆਪਕ ਹੈ, ਉਹ ਪ੍ਰਮਾਤਮਾ ਮੁੱਢ ਤੋਂ ਮੌਜੂਦ ਹੈ। ਮੁੱਢ ਤੋਂ ਉਹਦਾ ਨਾਮ ਸੱਚਾ ਹੈ, ਹੋਂਦ ਵਾਲਾ ਹੈ, ਸਰਬ ਵਿਆਪਕ ਹੈ। ਅਸੀਂ ਇਸ ਪਾਵਨ ਸ਼ਲੋਕ ਦਾ ਸੁਖਮਨੀ ਸਾਹਿਬ ਵਿੱਚ ਵੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ। ਬੜੀ ਵਾਰ ਅਸੀਂ ਉਸ ਸ਼ਲੋਕ ਨੂੰ ਪੜ੍ਹਦੇ ਹਾਂ, ਸਰਵਣ ਕਰਦੇ ਹਾਂ। ਉਸ ਪਾਵਨ ਸ਼ਲੋਕ ਦੇ ਅੰਦਰ ਵੀ ਕੇਵਲ ਇੱਕ, ਜਿੱਥੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਲਿਖਿਆ, ਗੁਰੂ ਅਰਜਨ ਪਾਤਸ਼ਾਹ ਜੀ ਨੇ ਹੈ ਭੀ ਸੱਚ ਅਰਥ ਸੁਮੇਲ ਨੇ। ਅਰਥਾਂ ਦਾ ਕੋਈ ਅੰਤਰ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸੱਜਣਾ, ਇਸ ਸੰਸਾਰ ਦੇ ਉੱਤੇ ਉਹ ਪ੍ਰਮਾਤਮਾ ਜਿਹਨੇ ਸਾਰੇ ਜਗਤ ਨੂੰ ਬਣਾਇਆ, ਉਹ ਆਦਿ ਤੋਂ ਭਾਵ ਮੁੱਢ ਤੋਂ ਇਸ ਧਰਤੀ 'ਤੇ ਮੌਜੂਦ ਹੈ। ਮੁੱਢ ਤੋਂ ਉਹਦਾ ਨਾਮ ਸੱਚਾ ਹੈ। ਵੱਡੇ ਵੱਡੇ ਰਾਜੇ ਆਏ, ਦੁਨੀਆਦਾਰ ਆਏ, ਧਨਾਢ ਆਏ, ਲੋਕ ਉਹਨਾਂ ਨੂੰ ਉਹਨਾਂ ਦੀ ਦੌਲਤ ਸ਼ੋਹਰਤ ਕਰਕੇ ਜਾਣਦੇ ਹੋਣਗੇ, ਪਰ ਪਰਮਾਤਮਾ ਉਸ ਦੀ ਵੀ ਹੈ ਆਦਿ ਤੋਂ, ਮੁੱਢ ਤੋਂ। ਉਹਦਾ ਨਾਮ ਸੱਚਾ ਹੈ, ਜੁਗਾਦ ਸੱਚ। ਮਨੁੱਖ ਬੜੀ ਮਿਹਨਤ ਕਰਦਾ ਹੈ ਆਪਣਾ ਨਾਮ ਬਣਾਉਣ ਵਾਸਤੇ, ਤੇ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਧਰਤੀ ਦੇ ਉੱਤੇ ਪਰਮਾਤਮਾ ਉਦੋਂ ਵੀ ਸਦੀਵੀ ਹੋਂਦ ਵਾਲਾ ਸੀ, ਉਦੋਂ ਵੀ ਉਹਦਾ ਨਾਮ ਸੱਚਾ ਸੀ ਜਦੋਂ ਇਸ ਧਰਤੀ ਦੀ ਉੱਤੇ ਯੁੱਗ ਬਣੇ। ਜਦੋਂ ਇਸ ਧਰਤੀ ਦੇ ਉੱਤੇ ਪਰਮਾਤਮਾ ਨੇ ਯੁੱਗਾਂ ਦੀ ਰਚਨਾ ਕੀਤੀ, ਜਦੋਂ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ, ਅਸੀਂ ਜਪ ਬਾਣੀ ਦੇ ਅੰਦਰ ਪੜ੍ਹਦੇ ਹਾਂ ਕਿ ਇਸ ਧਰਤੀ ਨੂੰ ਪਰਮਾਤਮਾ ਦੀ ਇੱਕ ਬੋਲ, ਉਹਦਾ ਇੱਕ ਬੋਲ ਇਸ ਧਰਤੀ ਨੂੰ ਪੈਦਾ ਕਰਨ ਦਾ ਸਮਰੱਥਾ ਰੱਖਦਾ ਹੈ, ਤੇ ਉਹਨੇ ਪੈਦਾ ਕੀਤੀ। ਕੀਤਾ ਪਸਾਓ ਇੱਕੋ ਪਵਾਓ। ਉਹਦੀ ਇੱਕ ਕਹਿਣ ਦੇ ਨਾਲ, ਇੱਕ ਬੋਲ ਦੇ ਨਾਲ ਇਹ ਸਾਰਾ ਪਸਾਰਾ ਜੁਗਾਦ, ਜੁਗ ਪਲਸ ਆਦ, ਜਦੋਂ ਯੁੱਗ ਬਣੇ, ਇਹ ਸਾਰੇ ਯੁੱਗ ਜਿਹੜੇ ਬਣਾਏ ਨੇ ਪ੍ਰਮਾਤਮਾ ਨੇ, ਉਹਦੇ ਮੁੱਢ ਤੋਂ ਵੀ ਪ੍ਰਮਾਤਮਾ ਦਾ ਨਾਮ ਸੱਚਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਹਦੇ ਤੋਂ ਹੀ ਇਸ ਧਰਤੀ ਦੇ ਉੱਤੇ ਨਦੀਆਂ, ਦਰਿਆ, ਸਮੁੰਦਰ, ਭਾਵ ਹਰ ਪ੍ਰਕਿਰਤੀ ਜਿਹੜੀ ਉਸ ਪਰਮਾਤਮਾ ਦੇ ਇੱਕ ਕਵਾਓ ਤੋਂ, ਇੱਕ ਬੋਲ ਤੋਂ ਪੈਦਾ ਹੋਈ। ਜਦੋਂ ਉਸ ਪਰਮਾਤਮਾ ਨੇ ਪੈਦਾ ਕੀਤੀ, ਉਹਦੇ ਮੁੱਢ ਤੋਂ ਵੀ ਪਰਮਾਤਮਾ ਦਾ ਨਾਮ ਸੱਚਾ ਹੈ। ਕਈਆਂ ਨੂੰ ਇਸ ਧਰਤੀ ਦੇ ਉੱਤੇ ਭੁਲੇਖਾ ਪੈ ਗਿਆ ਕਿ ਮੇਰਾ ਨਾਮ ਸ਼ਾਇਦ ਸਦੀਵੀ ਰਹੇਗਾ। ਕਈਆਂ ਨੇ ਵਰ ਪ੍ਰਾਪਤ ਕਰ ਲਏ, ਹਰਨਾਕਸ਼ ਵਰਗਿਆਂ ਨੇ, ਕਿ ਮੈਂ ਸਦੀਵੀ ਜੀਵਣਾ। ਪਰਮਾਤਮਾ ਨੇ ਮੈਨੂੰ ਵਰ ਦੇ ਦਿੱਤਾ, ਮੈਂ ਮਰਨਾ ਨਹੀਂ। ਜਲੇ ਹਰਨਾਕਸ਼ ਥਲੇ ਹਰਨਾਕਸ਼, ਆਪਣਾ ਨਾਮ ਜਪਾਉਣ ਲੱਗ ਪਿਆ। ਪਰ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਧਰਤੀ ਦੇ ਉੱਤੇ ਜਿੰਨੇ ਵੀ ਪਾਉਣਹਾਰੀ ਜੀਵ ਨੇ, ਭਾਵ
ਜਿਹੜੇ ਵੀ ਜੀਵ ਇੱਥੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਨੇ ਨਾ, ਉਹਨਾਂ ਨੇ ਮਰਨਾ ਹੈ। ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚੱਲਣਾ। ਇਸ ਧਰਤੀ ਦੇ ਉੱਤੇ ਰਹਿਣ ਵਾਲਾ ਕੋਈ ਨਹੀਂ, ਸਾਰਿਆਂ ਨੇ ਧਰਤੀ ਤੋਂ ਚਲੇ ਜਾਣਾ। ਕੇਵਲ ਪਰਮਾਤਮਾ ਦਾ ਨਾਮ ਹੀ ਸੱਚਾ ਰਹਿਣਾ। ਉਹ ਕਿਸ ਤਰ੍ਹਾਂ? ਹਰਨਾਕਸ਼ ਕਹਿਣ ਲੱਗ ਗਿਆ ਕਿ ਇਸ ਧਰਤੀ ਦੇ ਉੱਤੇ ਮੇਰਾ ਹੀ ਨਾਮ ਨਾ ਹੋਵੇਗਾ, ਪਰ ਜਿਹੜੇ ਇਸ ਧਰਤੀ ਦੇ ਉੱਤੇ ਸਤ ਸੰਗਤ ਵਿੱਚ ਜੁੜ ਕੇ ਪਰਮਾਤਮਾ ਦਾ ਨਾਮ ਆਰਾਧਦੇ ਨੇ ਨਾ, ਉਹਨਾਂ ਦੀ ਕਮਾਈ, ਉਹਨਾਂ ਦੀ ਰਹਿਮਤ, ਜਦੋਂ ਗੁਰੂ ਉਹਨਾਂ ਉੱਤੇ ਕਿਰਪਾ ਕਰਦਾ ਤੇ ਐਸੇ ਅਹੰਕਾਰੀ ਵੀ ਖਤਮ ਹੋ ਜਾਂਦੇ ਨੇ। ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਧਰਤੀ ਦੇ ਉੱਤੇ ਉਹ ਪਰਮਾਤਮਾ ਜਿਹੜਾ ਮੁੱਢ ਤੋਂ ਸੱਚਾ ਹੈ, ਜਦੋਂ ਯੁੱਗ ਬਣੇ, ਯੁੱਗ ਆਦਿ, ਯੁੱਗ ਦੇ ਬਣਨ ਦੇ ਸ਼ੁਰੂ 'ਚ, ਭਾਵ ਜਦੋਂ ਜਗਤ ਬਣਿਆ, ਯੁੱਗ ਆਦਿ ਮੁੱਢ, ਯੁੱਗ ਦੇ ਮੁੱਢ ਤੋਂ ਵੀ ਸੱਚਾ ਹੈ। ਉਹ ਹੈ ਭੀ ਸੱਚ, ਉਹ ਹੁਣ ਵੀ ਸੱਚਾ ਹੈ। ਬੜੇ ਬੜੇ ਜਰਵਾਣੇ ਆਏ ਨਾ ਪਰਮਾਤਮਾ ਦੇ ਸ਼ਰੀਕ ਬਣ ਕੇ, ਬੜੇ ਭਗਤ ਆਏ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਸ਼ਰੀਕੀ ਕੀਤੀ, ਆਪਣੇ ਆਪ ਨੂੰ ਭਗਤ ਕਹਿਲਾਇਆ। ਪਰ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਪਰਮਾਤਮਾ ਦਾ ਸ਼ਰੀਕ ਕੋਈ ਨਹੀਂ ਬਣ ਸਕਦਾ। ਜਿਹੜਾ ਸ਼ਰੀਕੀ ਕਰਦਾ ਉਹ ਪਰਮਾਤਮਾ ਦਾ ਸੇਵਕ ਨਹੀਂ ਹੋ ਸਕਦਾ। ਇਸ ਕਰਕੇ ਇਸ ਸ਼ਲੋਕ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਇਸ ਧਰਤੀ ਦੇ ਉੱਤੇ ਕੇਵਲ ਪਰਮਾਤਮਾ ਹੀ ਸੱਚਾ ਹੈ, ਜਿਹੜਾ ਮੁੱਢ ਤੋਂ, ਯੁੱਗਾਂ ਦੇ ਮੁੱਢ ਤੋਂ ਤੇ ਹੁਣ ਵੀ ਸੱਚਾ ਹੈ ਵੀ ਸੱਚ। ਤੇ ਕਈਆਂ ਨੂੰ ਭੁਲੇਖਾ ਪੈ ਗਿਆ ਸਾਰੀ ਜ਼ਿੰਦਗੀ। ਅੱਜ ਵੀ ਕਈ ਕਾਮਰੇਡ ਐਸੇ ਨੇ ਜਿਹੜੇ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੇ, ਕਹਿੰਦੇ ਪਰਮਾਤਮਾ ਨਹੀਂ, ਪ੍ਰਕਿਰਤੀ ਹੀ ਪਰਮਾਤਮਾ ਹੈ। ਜਦੋਂ ਅਸੀਂ ਪ੍ਰਕਿਰਤੀ ਵਿੱਚ ਵਿਚਰਦੇ ਹਾਂ, ਉਦੋਂ ਸਮਝ ਆਉਂਦੀ ਹੈ ਕਿ ਨਹੀਂ, ਪਰਮਾਤਮਾ ਇੱਕ ਵੱਖਰੀ ਹਸਤੀ ਹੈ। ਪ੍ਰਕਿਰਤੀ ਵਿੱਚ ਵਿਚਰਦਿਆਂ ਹੀ ਅੱਜ ਇੱਕ ਵਾਇਰਸ ਫੈਲਿਆ, ਜਿਹਨੂੰ ਕਰੋਨਾ ਦਾ ਨਾਮ ਦਿੱਤਾ ਗਿਆ। ਤੇ ਮਨੁੱਖ ਇਸ ਪ੍ਰਕਿਰਤੀ ਵਿੱਚੋਂ ਉਹਦਾ ਇਲਾਜ ਲੱਭਣ ਲੱਗ ਪਿਆ, ਨਹੀਂ ਮਿਲਿਆ। ਪਰ ਉਹੀ ਮਨੁੱਖ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੇ 33 ਕਰੋੜ ਦੇਵਤੇ ਬਣਾਏ ਸਨ, ਉਹ ਵੀ ਮਨੁੱਖ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਤਮਸਤਕ ਹੋ ਕੇ ਤੇ ਉਹਦੀ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਜਿਹੜਾ ਵਾ ਉਸ ਤਰੀਕੇ ਨਾਲ ਢਾਲਣਾ ਚਾਹ ਰਹੇ ਨੇ ਕਿ ਜਿਹਦੇ ਨਾਲ ਅਸੀਂ ਪਰਮਾਤਮਾ ਦੀ ਪੈਦਾ ਕੀਤੀ ਹੋਈ ਕੁਦਰਤ ਦੇ ਵਿੱਚ ਖਿਲਵਾੜ ਕੀਤਾ ਨਾ। ਹੁਣ ਉਹ ਚਾਹੁੰਦੇ ਨੇ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਬਚਨਾਂ ਅਨੁਸਾਰ ਚੱਲੀਏ, ਤਾਂ ਕਿ ਜਿਹੜਾ ਇਹ ਵਾਇਰਸ ਕਿਸ ਤਰੀਕੇ ਨਾਲ ਫੈਲਿਆ ਅਸੀਂ ਸਾਰੇ ਜਾਣਦੇ ਹਾਂ ਕਿ ਇਹੋ ਜਿਹਾ ਵਾਇਰਸ, ਇਹੋ ਜਿਹੀ ਬਿਮਾਰੀ, ਇਹੋ ਜਿਹੀ ਮਹਾਂਮਾਰੀ ਫਿਰ ਨਾ ਕਿਤੇ ਫੈਲੇ। ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਅਪਣਾਈਏ। ਅੱਜ ਉਹੀ ਲੋਕ ਗੁਰਮਤਿ ਅਨੁਸਾਰ ਆਪਣਾ ਜੀਵਨ ਜਿਉਣਾ ਚਾਹੁੰਦੇ ਨੇ। ਇਸੇ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤੀ ਨਾ ਕਿ ਇਸ ਧਰਤੀ ਦੇ ਉੱਤੇ ਮਨੁੱਖ ਸਾਰੀ ਜ਼ਿੰਦਗੀ, ਜਦੋਂ ਤੋਂ ਇਹ ਪੈਦਾ ਹੋਇਆ, ਭਾਈ ਗੁਰਦਾਸ ਜੀ ਨੇ ਤੇ
इत्थों तक कह दिता कि ये मनुख इन्ना लालची है, इहाँ आए दाता बिसराए, दासी लपटाए, पंच दूत भूत भ्रम भ्रमत असाध है। कि जदों इन्हें जन्म लिया ना तो परमात्मा की पैदा की हुई माया दे विच लबरेज हो गया, तो फिर होना की सी? अरदास तो यह करता सी ना कि पातशाह मैनू पंजां विकारां तो बचाई, तो पंजां विकारां तो बचना की सी? उत्थे ही खड़ा हो के ते परमात्मा दे कोलों माया मंगदा, एक प्रकार दी नहीं कई प्रकार दी। ते गुरु पातशाह जी ते नाल ये गल करते ने कि सज्जणा जे तू आया ना, माया ममता मोहनी जिन विण दंतां जग खाया, मन मुख खाधे। ये नहीं कि माया मंगनी नहीं चाहिए, लैन आया सी नाम, पर इत्थे आण के केवल माया की अरदास कराई। कदी ये तो आख्या नहीं पातशाह मेरी झोली विच अपने नाम की दात पा दे। अरदास केवल यही हुंदी है। 99% जिहड़े गुरु घर दे विच आउण वाले ने वो ज़्यादातर अरदास माइक पदार्थां दी। ते गुरु पातशाह जी कहंदे मनमुख खाधे, जिन्हां ने ते अपनी मन की मत अनुसार अपना जीवन जीवना आरंभ कर दिता। मन की मत ये कहती है कि गुरुद्वारे जाना है, मेरे सज्जन मित्र मेरे आंढी गुआढ़ी मेरे परिवार वाले ये ना समझन कि ये गुरुद्वारे नहीं जाता, ये मन की मत है, विखावा। तो गुरमत ये गल कहती है कि जे मैं गुरु तो ना गया तो फिर एक घड़ी ना मिलते तो कलयुग होता। जे तो एक घड़ी भी तेरा प्यार ना मिलिया तो एक कलयुग का समा है। गुरमुख की ये जिंदगी आ। मनमुख खाधी गुरमुख उबरे, जिन्नी सच नाम चित लाया। वो फिर माया विच उदासी, उहदे कोल जिन्नी मर्जी माया होवे, वो निता प्रति अमृत वेले नितनेम की हाजरी भर के अपने कार विहार विच हथ कार वाल ते चित करतार वाल रखता, ਉਹਦਾ आया होया सफल है। इसे करके गुरु नानक पातशाह जी बख्शिश करते हैं कि सज्जणा जिस धरती के उत्ते आया ना, जिस धरती के उत्ते परमात्मा ने तेनू पैदा किया, उस धरती के उत्ते 84 लाख जूना ने, 42 लाख धरती के उत्ते ते 42 लाख पानी के अंदर। ये गुरबाणी की उदाहरण है। ते सच जानी जिस धरती के उत्ते पैदा किया, उस धरती का मालक परमात्मा आद तो मुढ़ तो सच्चा है। उन्हें इस जगत नूं बनाया, जिस धरती के उत्ते बैठा है उस धरती के जुगाद, उस जुग नूं, उस धरती नूं पैदा करने वाला जिहड़ा है वो मुढ़ तो सच्चा है, ते वो हुण भी सच्चा है भी सच। नानक होसी भी सच। किसी के कहण दे नाल उस परमात्मा के नाम के अंदर, उस परमात्मा की वडियाई दे विच कोई फर्क नहीं पैना। कोई आखे कि इस धरती के उत्ते परमात्मा तो वड्डी शक्ति है, अज असीं बनाईयां ने साध के रूप में। किसी नूं साध का नाम दे के, संत का नाम दे के, पर हैन विरले ना ही घने। गुरु पातशाह जी नाल नाल बख्शिश करते हैं कि इस धरती के उत्ते कोई विरला ही मनुख है जिहड़ा परमात्मा की बंदगी करदा ते जिहदी संगत कीतियां तुहाडा जीवन पलट सकदा, नहीं कि सारे ठग ने। वो ऐसे ने, वो शरीकी करते हैं रब दे नाल, रब दे शरीक बन के। दातां देण वाला गुरु नानक पातशाह जी कहते केवल परमात्मा है,
ਜਿਹਦਾ ਨਾਮ ਸੱਚਾ ਸਦੀਵੀ ਹੋਂਦ ਵਾਲਾ। ਪਰ ਅਸੀਂ ਇਸ ਧਰਤੀ ਦੇ ਉੱਤੇ ਦਾਤੇ ਬਣਨ ਲੱਗ ਪਏ। ਮੇਰੇ ਡੇਰੇ ਤੇ ਆਵੋ ਤੇ ਮੈਂ ਤੁਹਾਨੂੰ ਆਹ ਦਾਤ ਦੇਵਾਂਗਾ, ਪੁੱਤਰ ਦੀ ਦਾਤ, ਮਾਇਆ ਦੀ ਦਾਤ, ਗੱਡੀ ਦੀ ਦਾਤ, ਪਤਾ ਨਹੀਂ ਕੀ ਕੀ ਲੈਣ ਜਾਂਦੇ ਹਾਂ ਅਸੀਂ। ਮਾਫ਼ ਕਰਨਾ, ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜੇ ਇਸ ਧਰਤੀ ਦਾ ਮਾਲਕ ਹੈ ਤੇ ਉਹ ਪਰਮਾਤਮਾ, ਉਹ ਇੱਕ ਹੈ ਤੇ ਉਹ ਸਦਾ ਹੀ ਮੁੱਢ ਤੋਂ ਸਦੀਵੀ ਹੋਂਦ ਵਾਲਾ, ਸਦਾ ਸਥਿਰ, ਮੁੱਢ ਤੋਂ, ਯੁੱਗਾਂ ਦੇ ਮੁੱਢ ਤੋਂ, ਹੁਣ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੈ। ਉਹਦੀ ਸ਼ਰਨ ਵਿੱਚ ਆ। ਗੁਰਬਾਣੀ ਦਾ ਪਾਵਨ ਬਚਨ ਹੈ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ। ਜੇ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਸਤ ਸੰਗਤ ਵਿੱਚ ਜੁੜ ਕੇ ਬੈਠੇ, ਤੇ ਉਹਦਾ ਉਧਾਰ ਹੋ ਸਕਦਾ ਹੈ। ਜ਼ਿਆਦਾ ਸਮਾਂ ਨਾ ਲਵਾਂ, ਰੋਜ਼ਾਨਾ 20 ਮਿੰਟ ਦੀ ਵਿਚਾਰ ਹੈ। ਅੱਜ ਦੀ ਇਸ ਸ਼ਲੋਕ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਇਹ ਵਡਿਆਈ ਦੱਸਦੇ ਨੇ ਕਿ ਪਰਮਾਤਮਾ ਮੁੱਢ ਤੋਂ, ਯੁੱਗਾਂ ਦੇ ਮੁੱਢ ਤੋਂ, ਹੁਣ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਰਹੇਗਾ। ਉਹਦਾ ਨਾਮ ਜਪ। ਕੱਲ੍ਹ ਜਪ ਬਾਣੀ ਦੀ ਪਹਿਲੀ ਪੌੜੀ ਦੀ ਵਿਚਾਰ ਹੋਵੇਗੀ। ਸੋ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਤੁਸੀਂ ਜੁੜ ਬੈਠ ਕੇ ਸਰਵਣ ਕਰਦੇ ਹੋ। ਗੁਰੂ ਸਾਹਿਬ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਪਿਆਰ ਇਤਫਾਕ ਦੇ ਨਾਲ ਅਸੀਂ ਜੁੜ ਬੈਠ ਕੇ ਗੁਰੂ ਦੀ ਸੰਗਤ ਵਿੱਚ ਜੁੜ ਕੇ ਬਾਣੀ ਦਾ ਲਾਹਾ ਪ੍ਰਾਪਤ ਕਰ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਆਓ ਅਖੀਰ ਇਸ ਜਪ ਬਾਣੀ ਦਾ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਜਪ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।